भगत कोल गुरमुख जन के कोल ऐसो ਇਹੋ ਜਿਹੇ ਆਰਾਮ ਹੋਣੇ ਚਾਹੀਦੇ ਨੇ। ਉਹਨਾਂ ਦੇ ਮੰਦਰ ਸੋਹਣੇ, ਮਹਿਲ ਵਾਲੀਆਂ, ਸੋਨੇ ਹੀਰੇ ਜਵਾਹਰਾਤਾਂ ਦੇ ਹੋਣੇ ਚਾਹੀਦੇ। ਪਰ ਕੀ ਗੱਲ ਹੈ, ਜਿਹੜੇ ਉਹ ਹੋਣ ਤੇ ਜੇ ਇੰਨਾ ਕੁਝ ਪ੍ਰਾਪਤ ਹੋ ਜਾਵੇ, ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਉਸ ਦੇ ਚਿੱਤ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਦਾ ਨਾਮ ਨਹੀਂ ਨਾ ਹੁੰਦਾ, ਉਹ ਮਹਿਲ ਵਾਲੀਆਂ ਵੀ ਸੋਨੇ ਦੇ ਇੱਕ ਕੰਕਰਾਂ ਦੇ ਨਿਆਈ ਨੇ, ਕੱਖਾਂ ਦੇ ਨਿਆਈ ਨੇ। ਤੇ ਗੁਰਮੁਖ ਪਿਆਰਿਓ, ਜਦੋਂ ਅਸੀਂ ਸੰਕਲਪ ਕਰਾਂਗੇ ਕਿ ਅਸੀਂ ਮਨਮੁਖਤਾ ਤੋਂ ਉੱਪਰ ਉੱਠਣਾ ਹੈ, ਮਨਮੁਖ ਵਾਲੇ ਪਦ ਨੂੰ ਛੱਡ ਕੇ ਅਸੀਂ ਗੁਰਮੁਖ ਵਾਲਾ ਪਦ ਪ੍ਰਾਪਤ ਕਰਨਾ ਹੈ, ਤੇ ਗੁਰਮੁਖ ਪਿਆਰੇ ਉਸ ਸਮੇਂ ਤੇ ਸਾਨੂੰ ਕੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਪੰਜਾਂ ਨੂੰ ਪਿੱਛੇ ਛੱਡ ਕੇ ਆਪਣੇ ਮਨ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਪਣ ਕਰ ਦੇਣਾ। ਜਿਵੇਂ ਭਗਤ ਬਾਬਾ ਕਬੀਰ ਜੀ ਕਹਿੰਦੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ। ਅਸਲ ਦੇ ਵਿੱਚ ਗੁਰਮੁਖ ਪਿਆਰੋ ਆਪਣਾ ਹੈ ਕੁਝ ਨਹੀਂ ਇੱਥੇ, ਜੇ ਹੈ ਤੇ ਪਰਮਾਤਮਾ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਸਾਰੇ ਆਏ ਹਾਂ। ਇਸ ਕਰਕੇ ਕੀ ਕਰੀਏ, ਗੁਰੂ ਪਾਤਸ਼ਾਹ ਜੀ ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਆਉਦ ਦਿਹਾਤ ਹੈ, ਫੁੱਟੈ ਘਟ ਜੇ ਪਾਣੀ। ਇਸ ਘੜੇ ਦਾ, ਇਸ ਸਰੀਰ ਦੇ ਘੜੇ ਦਾ ਪਤਾ ਨਹੀਂ ਕਦੋਂ ਫੁੱਟ ਜਾਣਾ ਹੈ। ਤੇ ਗੁਰਮੁਖ ਪਿਆਰਿਓ, ਸਦਾ ਪ੍ਰਮਾਤਮਾ ਨੂੰ ਚਿੰਤੇ ਰੱਖੀਏ। ਆਓ ਅਗਲੀ ਵਿਚਾਰ ਭਾਈ ਸਾਹਿਬ ਜੀ ਤੋਂ ਮੁੱਖ ਵਾਕ ਦੀ ਸਰਵਣ ਕਰੀਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ, ਬਾਹੀਂ ਗਹੇ ਕੀ ਲਾਜ ਅਸ, ਗੋਵਿੰਦ ਦਾਸ ਤੁਹਾਰ। ਹਰ ਗੁਣ ਪੜੀਐ, ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਹਰ ਹਰ ਨਾਮ ਕਥਾ ਨਿਤ ਸੁਣੀਐ। ਸਨਮਾਨਯੋਗ ਗੁਰੂ ਪਿਆਰੀ ਸੰਗਤ ਜੀ, ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪ੍ਰਥਮ ਗੁਰਦੇਵ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਨੇ ਸਾਡੇ ਜੋ ਐਸੇ ਸਰਦੀ ਦੇ ਮੌਸਮ ਦੇ ਵਿੱਚ ਆਲਸ, ਨੀਂਦ ਤਿਆਗ ਕੇ ਗੁਰੂ ਜੀ ਦੇ ਸੋਹਣੇ ਚਰਨਾਂ ਵਿੱਚ ਸਜੇ ਹਾਂ। ਅੰਮ੍ਰਿਤ ਵੇਲੇ ਤੋਂ ਲੈ ਕੇ ਬਾਣੀਆਂ ਦੇ ਜਾਪ, ਸ਼ਬਦ ਕੀਰਤਨ, ਆਸਾ ਜੀ ਦੀ ਵਾਰ ਦਾ ਕੀਰਤਨ, ਇਹ ਆਪ ਜੀ ਨੇ ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ। ਸੋ ਆਓ ਹੁਣ ਆਪਾਂ ਸ਼ਬਦ ਦੀ ਵਿਚਾਰ ਨੂੰ ਆਰੰਭ ਕਰੀਏ ਜੀ। ਅੱਜ ਦਾ ਜੋ ਹੁਕਮਨਾਮਾ ਹੈ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੈਤਸਰੀ ਦੀ ਵਾਰ ਦਾ ਉਹਨਾਂ ਦਾ ਹੀ ਇੱਕ ਸ਼ਲੋਕ ਹੈ। ਉਹਦੇ ਨਾਲ ਹੀ ਇੱਕ ਪੌੜੀ ਹੈ। 709 ਅੰਗ ਤੋਂ ਆਰੰਭ ਹੋ ਕੇ 710 ਅੰਗ ਤੇ ਇਸ ਦੀ ਸੰਪੂਰਨਤਾ ਹੁੰਦੀ ਹੈ। ਇਹਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਹੈ, ਉਹ ਬੜਾ ਹੀ ਦਿਆਲੂ ਹੈ, ਕਿਰਪਾਲੂ ਹੈ। ਮਾਲਕ ਜਿਹੜਾ ਵਾਹਿਗੁਰੂ ਆ ਨਾ, ਉਹ ਬਹੁਤ ਹੀ ਕਿਰਪਾ ਦਾ ਸਾਗਰ ਹੈ। ਉਹ ਪਰਦੇ ਢਕਣ ਵਾਲਾ ਹੈ। ਸਤਿਗੁਰ ਢਾਕ ਲਿਆ
ਮੋਹੇ ਪਾਪੀ ਪੜਦਾ। ਉਹ ਜਿਹੜੇ ਸਾਡੇ ਗੁਨਾਹ ਹਨ ਨਾ, ਪਾਪ ਹਨ, ਗਲਤੀਆਂ ਨੇ, ਉਹਨਾਂ ਤੇ ਪੜਦਾ ਪਾਉਣ ਵਾਲਾ ਹੈ। ਉਹ ਕਿਰਪਾ ਦਾ ਸਾਗਰ ਹੈ। ਫਰਮਾਉਂਦੇ ਨੇ ਸ਼ਲੋਕ, ਦਇਆ ਕਰਨੰ ਦੁੱਖ ਹਰਣੰ ਉਚਰਣੰ ਨਾਮ ਕੀਰਤਨ ਹੈ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ। ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਆ, ਉਦੋਂ ਸਾਡੇ ਦੁੱਖਾਂ ਦਾ, ਸਾਡੇ ਪਖੰਡਾਂ ਦਾ, ਸਾਡੇ ਬੇਅਰਥ ਕਰਮਾਂ ਦਾ, ਬੇਅਰਥ ਗਿਆਨ ਦਾ, ਬੇਅਰਥ ਆਸਾ ਦਾ ਖਾਤਮਾ ਹੋ ਜਾਂਦਾ ਹੈ। ਵਾਹਿਗੁਰੂ ਦੇ ਨਾਮ ਨੂੰ ਸਿਮਰ ਕੇ, ਉਹਦੇ ਕੀਰਤਨ ਨੂੰ ਕਰਕੇ, ਉਹਦੀ ਬੰਦਗੀ ਕਰਕੇ ਇਨਸਾਨ ਦੇ ਜਿਹੜੇ ਔਗਣ ਨੇ ਉਹ ਕੱਟੇ ਜਾਂਦੇ ਨੇ। ਇਨਸਾਨ ਨੂੰ ਫਿਰ ਵਿਕਾਰ ਛੋ ਨਹੀਂ ਸਕਦੇ, ਹੋ ਨਹੀਂ ਸਕਦੇ, ਉਹ ਉਹਨਾਂ ਵਿੱਚ ਲਿਪਤਦਾ ਨਹੀਂ ਆ। ਭਾਹੇ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ, ਜਿਨਿਉ ਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਇਨਸਾਨ ਦੇ ਅੰਦਰ ਇੱਕ ਤ੍ਰਿਸ਼ਨਾ ਦੀ ਅੱਗ ਹੁੰਦੀ ਆ, ਜਿਹਨੂੰ ਨਾ ਸੋਨੇ ਦੇ ਸਿੱਕਿਆਂ ਦਾ ਜੇ ਮੀਂਹ ਪੈ ਜਾਵੇ ਤਾਂ ਵੀ ਉਹ ਬੁਝਦੀ ਨਹੀਂ, ਸ਼ਾਂਤ ਨਹੀਂ ਹੁੰਦੀ। ਇਨਸਾਨ ਦੇ ਅੰਦਰ ਦੀ ਗੱਲ ਆ, ਉਹਦੇ ਮਨ ਦੀ, ਟਿਕਾ ਨਹੀਂ ਹੈਗਾ। ਕਹਿੰਦੇ ਅਜੋਕੇ ਲੋਕ ਇੱਕ ਦੂਜੇ ਨੂੰ ਇਉਂ ਮਿਲਦੇ ਆ ਜਿਵੇਂ ਹਨੇਰੀਆਂ ਬਾਗ ਰੋਲਿਆਂ ਨੂੰ ਮਿਲਦੀਆਂ ਨੇ। ਹਨੇਰੀਆਂ ਵਿੱਚ ਧੀਰਜ ਨਹੀਂ ਹੁੰਦਾ, ਸ਼ਾਂਤੀ ਨਹੀਂ ਹੁੰਦੀ। ਬਾਗ ਰੋਲਿਆਂ ਵਿੱਚ ਠੰਡਕ ਨਹੀਂ ਹੁੰਦੀ, ਟਿਕਾ ਨਹੀਂ ਹੁੰਦਾ। ਲੋਕ ਇਦਾਂ ਦੇ ਹੋ ਗਏ ਨੇ। ਤਾਂ ਪੁਰਾਣਾ ਜ਼ਮਾਨਾ ਸੀ, ਜਦੋਂ ਬਜ਼ੁਰਗ ਹੋਇਆ ਕਰਦੇ ਸੀ, ਉਹ ਵਾਹਿਗੁਰੂ ਕਹਿੰਦੇ ਹੁੰਦੇ ਸੀ, ਨਾਲੇ ਕਹਿਣਾ ਵੀ ਵਾਹਿਗੁਰੂ ਭੋਲੇ ਭਾਅ 'ਚ, ਤੇ ਥੁੜ ਕੇ ਨਹੀਂ ਸੀ ਕੋਈ ਬਹਿੰਦਾ, ਰੱਜੇ ਹੋਏ ਸੀ। ਅੱਜ ਰੱਜ ਕੇ ਵੀ ਅਸੀਂ ਥੁੜੇ ਹਾਂ। ਉਹਦਾ ਕਾਰਨ ਕੀ ਆ? ਆਪਦੀ ਝੋਲੀ ਨਹੀਂ ਅਸੀਂ ਵੇਖਦੇ ਕਿੱਡੀ ਕਾ, ਆਪਦਾ ਬਰਤਨ ਨਹੀਂ ਵੇਖਦੇ, ਆਪਦੀ ਪਾਤਰਤਾ ਨਹੀਂ ਵੇਖਦੇ ਕਿ ਇਹ 'ਚ ਕਿੰਨਾ ਕੁ ਪੈ ਸਕਦਾ। ਕਹਿੰਦੇ ਆ ਕਿ ਇਹਦੇ ਵਿੱਚ ਰੱਬ ਸਾਰਾ ਹੀ ਸਾਗਰ ਸਮੁੰਦਰ ਉਲਟਾ ਦੇਵੇ, ਉਹ ਤਾਂ ਫਿਰ ਵੀ ਰਹਿਮਤ ਕਰਦਾ, ਦਿਆਲੂ ਆ ਨਾ, ਕਿਰਪਾਲੂ ਹੈ। ਜਾਂ ਪ੍ਰਭ ਭਏ ਦਇਆਲ, ਨਾ ਵਿਆਪੈ ਮਾਇਆ। ਜਦੋਂ ਵਾਹਿਗੁਰੂ ਦੀ ਰਹਿਮਤ ਹੋ ਜਾਂਦੀ ਆ, ਉਦੋਂ ਬੇਅਰਥ ਕਰਮ ਬਸ ਜਿਹੜੇ ਕਰਮ ਕਾਂਡ ਫੋਕੇ ਨੇ ਉਹ ਦੂਰ ਹੋ ਜਾਂਦੇ ਨੇ। ਕੋਟ ਅਗਾਹ ਗਏ ਨਾਸ, ਕਰੋੜਾਂ ਗਲਤੀਆਂ ਬੰਦਾ ਜਿਹੜੀਆਂ ਰੋਜ਼ ਕਰਦਾ, ਉਹਨੂੰ ਫਿਰ ਦੁਹਰਾਉਂਦਾ, ਫਿਰ ਪਛਤਾਉਂਦਾ, ਫਿਰ ਕਰਦਾ, ਇਹ ਸਾਰੀਆਂ ਖਤਮ ਹੋ ਜਾਂਦੀਆਂ ਨੇ ਬੰਦਗੀ ਨੂੰ ਕਰਕੇ। ਨਿਰਮਲ ਭਏ ਸਰੀਰ, ਜਨ ਧੂਰੀ ਨਾਇਆ। ਇਨਸਾਨ ਦਾ ਜਿਹੜਾ ਸਰੀਰ ਆ ਉਹ ਨਿਰਮਲ ਹੋ ਜਾਂਦਾ ਹੈ ਸਾਧ ਸੰਗਤ ਵਿੱਚ ਆ ਕੇ। ਮਨ ਤਨ ਭਏ ਸੰਤੋਖ, ਮਨ ਵੀ ਤੇ ਤਨ ਵੀ ਸੰਤੋਖ ਵਿੱਚ ਆ ਜਾਂਦਾ ਹੈ ਜਦੋਂ ਆਪਾਂ ਇਕੱਠੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਾਂਗੇ ਜਾਂ ਮਾਲਕ ਨੂੰ ਯਾਦ ਕਰਾਂਗੇ। ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ। ਬੰਦਾ ਜਿਹੜਾ ਇਨਸਾਨ ਆ ਉਹ ਇਹ ਨਹੀਂ ਕਿ ਬੰਦਗੀ ਵਾਲਾ ਇਕੱਲਾ ਹੀ ਤਰਦਾ, ਉਹਦੇ ਦੋਸਤ ਵੀ ਤਰਦੇ ਨੇ, ਉਹਦੇ ਪਰਿਵਾਰ ਦੇ ਮੈਂਬਰ ਵੀ ਤਰਦੇ ਨੇ, ਉਹਦੀਆਂ ਕੁਲਾਂ ਵੀ ਤਰਦੀਆਂ ਨੇ। ਇਹ ਗੁਰੂ ਅਰਜਨ ਦੇਵ ਜੀ ਨੇ ਆਖਿਆ। ਇਹ ਸੰਖੇਪ ਵਿਆਖਿਆ ਸੀ। ਆਓ ਹੁਣ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ, ਪੂਰੇ ਧਿਆਨ ਦੇ ਨਾਲ ਸੁਣਨਾ ਪਿਆਰਿਓ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ। ਉਹਦੇ ਵਿੱਚ 52 ਕਵੀ ਨੇ, 52 ਕਵੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਪੁੱਛਿਆ, ਕਹਿਣ ਲੱਗੇ ਤੁਸੀਂ ਸਾਰੇ ਹੀ ਵਿਦਵਾਨ ਹੋ, ਸਾਰੇ ਹੀ ਵਿਦਵਾਨ ਹੋ। ਕੋਈ ਫਾਰਸੀ ਦਾ ਗਿਆਤਾ ਹੈ, ਕੋਈ ਅਰਬੀ ਦਾ ਗਿਆਤਾ ਹੈ, ਕੋਈ ਸੰਸਕ੍ਰਿਤ ਜਿਹਨੇ ਪੜ੍ਹੀ ਆ, ਸਾਰੇ ਹੀ ਬੜੇ ਗਿਆਨੀ ਹੋ। ਤਾਂ ਮੈਨੂੰ ਥੋੜੇ ਜਿਹੇ 2 ਲਾਈਨਾਂ ਦੇ ਵਿੱਚ ਦੱਸੋ, ਮੂਰਖ ਕੌਣ ਹੁੰਦਾ ਹੈ? ਮੂਰਖ ਕੌਣ ਹੁੰਦਾ ਹੈ? ਕੌਣ ਹੁੰਦਾ ਮੂਰਖ? ਕਿਹਨੂੰ ਕਿਹਾ ਜਾਂਦਾ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਛਦੇ ਆ 52 ਕਵੀਆਂ ਨੂੰ, ਤੇ ਉਹ ਜਿਹੜੇ ਕਵੀ ਨੇ ਵਾਰੀ-ਵਾਰੀ ਕਹਿੰਦੇ ਨੇ। ਮੂਰਖ ਨੂੰ ਲੈ ਕੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਸਨ ਵਿਦਵਾਨਾਂ ਨੇ, ਸਾਦੀ ਜੀ ਨੇ ਵੀ ਦਿੱਤੀ ਹੈ। ਕਹਿੰਦੇ ਉਹ ਬੰਦਾ
ਜਿਹੜਾ ਜਦੋਂ ਤਾਂ ਚੁੱਪ ਕਰਨਾ ਉਦੋਂ ਬੋਲੀ ਜਾਂਦਾ, ਜਦੋਂ ਬੋਲਣਾ ਉਦੋਂ ਚੁੱਪ ਕਰ ਜੇ, ਉਹਨੂੰ ਮੂਰਖ ਕਹਿੰਦੇ ਨੇ। ਸਾਦੀ ਜੀ ਨੇ, ਸੇਖ ਸਾਦੀ ਇੱਦਾਂ ਆਖਦੇ ਆ, ਕਹਿੰਦੇ ਉਹ ਬੰਦਾ ਜਾਂ ਮੂਰਖ ਦੀ ਉਦਾਹਰਨ ਇਹ ਦਿੰਦੇ ਨੇ ਜਿਹੜਾ ਬੰਦਾ ਕਿਸੇ ਦਾ ਮੂੰਹ ਰੱਖਣ ਲਈ, ਮਸਕੀਨ ਸਾਹਿਬ ਜੀ ਨੇ ਉਦਾਹਰਨ ਦਿੱਤੀ, ਜਿਹੜਾ ਬੰਦਾ ਕਿਸੇ ਦਾ ਮੂੰਹ ਰੱਖਣ ਵਾਸਤੇ ਬੋਲਦਾ, ਮੂੰਹ ਰੱਖਣ ਵਾਸਤੇ ਚੁੱਪ ਕਰ ਜਾਂਦਾ, ਉਹ ਵੀ ਮੂਰਖ ਹੀ ਹੁੰਦਾ। ਮੂੰਹ ਰੱਖ, ਜਿਹੜਾ ਮੂੰਹ ਰੱਖਦਾ ਕਿਸੇ ਦਾ ਕਿ ਮੈਂ ਤਾਂ ਨਹੀਂ ਉਹਨੂੰ ਸੱਚ ਬੋਲ ਪਾਇਆ, ਮੈਂ ਉਹਦਾ ਮੂੰਹ ਰੱਖਣਾ ਸੀ, ਮੂੰਹ ਰੱਖ, ਮੂਰਖ ਬਣ ਜਾਂਦਾ ਹੈ। ਤੇ ਸਾਦੀ ਜੀ ਕਹਿੰਦੇ ਨੇ ਉਹ ਬੰਦਾ ਜਦੋਂ ਤਾਂ ਬੋਲਣ ਦਾ ਮੌਕਾ ਉਦੋਂ ਤਾਂ ਬਿਲਕੁਲ ਬੁੱਤ ਬਣ ਜਾਂਦਾ, ਬੋਲਦਾ ਹੀ ਨਹੀਂ। ਤੇ ਜਦੋਂ ਚੁੱਪ ਕਰਨਾ, ਜਿੱਥੇ ਵੀ ਕਹਿਣੇ ਆ ਵੀ ਚੁੱਪ ਕਰ ਜੀ, ਤੂੰ ਬੋਲੀ ਨਾ, ਉੱਥੇ ਕਲੇਸ਼ ਹੋ ਜੂ, ਉੱਥੇ ਉਹਨੇ ਬੋਲਣਾ ਹੀ ਬੋਲਣਾ, ਇਹਨੂੰ ਵੀ ਮੂਰਖ ਕਹਿੰਦੇ ਨੇ। ਤੇ ਗੁਰੂ ਸਾਹਿਬ ਜੀ ਸਾਰਿਆਂ ਨੂੰ ਵਾਰੀ-ਵਾਰੀ ਪੁੱਛੀ ਜਾਂਦੇ ਨੇ। 52 ਕਵੀਆਂ ਤੋਂ ਪੁੱਛਦੇ ਆ। 52ਵੇਂ ਕਵੀ ਨੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ, ਜਿਹੜੇ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਜਿਹੜੇ ਕਹਿੰਦੇ ਨੇ ਕਲਗੀਆਂ ਵਾਲਿਆ ਤੇਰੀ ਗਲੀ ਵਿੱਚੋਂ ਕੋਈ ਮੰਗਤਾ ਗੁਜ਼ਰ ਜਾਵੇ ਨਾ, ਤੇਰੀ ਗਲੀ ਜਿਹੜੀ ਆ ਪ੍ਰੇਮ ਦੀ, ਇਬਾਦਤ ਦੀ, ਤੇ ਜਦੋਂ ਕਦੇ ਲੰਘ ਜਾਵੇ ਤੇਰੀ ਗਲੀ ਵਿੱਚੋਂ ਹੀ ਲੰਘ ਜਾਵੇ, ਤੇ ਉਹ ਸਾਰੇ ਜਹਾਨ ਦੀ ਬਾਦਸ਼ਾਹੀ ਨੂੰ ਠੋਕਰ ਮਾਰ ਦਿੰਦਾ। ਜੇ ਉਹਨੂੰ ਕਵੇ ਆ ਜਾ ਤੈਨੂੰ ਤੇ ਬਾਦਸ਼ਾਹੀ ਦੇ ਦਈਏ, ਤਖਤ ਬਿਠਾ ਦਈਏ, ਉਹ ਕਹੇਗਾ ਨਾ, ਮੈਨੂੰ ਗੁਰੂ ਸਾਹਿਬ ਦੀ ਗਲੀ ਪਿਆਰੀ ਆ, ਉਹ ਕੂਚਾ ਪਿਆਰਾ ਹੈ, ਮੈਂ ਨਹੀਂ ਉਹ ਛੱਡਣਾ। ਹੁਣ ਵਾਰੀ ਆ ਗਈ ਭਾਈ ਨੰਦ ਲਾਲ ਜੀ ਦੀ। ਪੁੱਛਿਆ ਕਿ ਮੂਰਖ ਕੌਣ ਹੁੰਦਾ? ਨੰਦ ਲਾਲ ਦੱਸੋ ਜੀ, ਸਾਰਿਆਂ ਨੂੰ ਦੱਸੋ ਕੌਣ ਹੁੰਦਾ ਮੂਰਖ। ਤੇ ਭਾਈ ਸਾਹਿਬ ਜੀ ਬੋਲੇ। ਫਿਰ ਨੰਦ ਲਾਲ ਜੀ ਕਹਿਣ ਲੱਗੇ, ਗੁਰੂ ਸਾਹਿਬ ਜੀ ਜੇ ਤੁਸੀਂ ਬੁਲਾਓਗੇ ਤਾਂ ਬੋਲ ਸਕਦਾ ਹਾਂ, ਮੇਰੇ ਹੱਥ ਕੁਝ ਨਹੀਂ, ਮੇਰੇ ਵੱਸ ਕੁਝ ਨਹੀਂ। ਮੈਂ ਇਹ ਕਹਿੰਦਾ ਹਾਂ ਆਪ ਜੀ ਦੀ ਦਿੱਤੀ ਹੋਈ ਮੱਤ ਨਾਲ, ਮੂਰਖ ਉਹ ਹੁੰਦੇ ਨੇ ਭਾਵੇਂ ਕੋਈ ਚੋਟੀ ਦਾ ਅਮੀਰ ਹੈ, ਭਾਵੇਂ ਕੋਈ ਭਿਖਾਰੀ ਆ, ਭਾਵੇਂ ਕੋਈ ਪਾਤਸ਼ਾਹ ਹੈ, ਤੇ ਭਾਵੇਂ ਕੋਈ ਰੰਕ ਆ, ਕੰਗਾਲ ਆ। ਜੇ ਉਹ ਰੱਬ ਨੂੰ ਯਾਦ ਨਹੀਂ ਕਰਦਾ, ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਪਰਮਾਤਮਾ ਦੀ ਹੋਂਦ ਨੂੰ ਮੰਨਦਾ ਨਹੀਂ, ਉਹਦੀ ਹਸਤੀ ਨੂੰ ਮੰਨਦਾ ਨਹੀਂ, ਉਹ ਮੂਰਖ ਨਹੀਂ, ਉਹ ਮੂਰਖਾਂ ਦਾ ਚੌਧਰੀ ਹੈ, ਉਹ ਮੂਰਖਾਂ ਦਾ ਸਰਦਾਰ ਹੈ। ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀਂ ਨਾਉ। ਭਾਵੇਂ ਕੋਈ ਸੋਹਣਾ ਹੈ, ਭਾਵੇਂ ਕੋਈ ਕਰੂਪ ਹੈ, ਭਾਵੇਂ ਕੋਈ ਵਿਦਵਾਨ ਹੈ, ਭਾਵੇਂ ਕੋਈ ਮੂੜ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਸੁਲਤਾਨ ਹੈ, ਭਾਵੇਂ ਕੋਈ ਰੰਕ ਕੰਗਾਲ ਹੈ, ਜੇ ਉਹ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਉਹ ਮੂਰਖਾਂ ਦਾ ਮੂਰਖ ਹੈ। ਗੁਰੂ ਗੋਬਿੰਦ ਸਿੰਘ ਜੀ ਛਾਤੀ ਨਾਲ ਲਾਇਆ ਨੰਦ ਲਾਲ ਨੂੰ ਘੁੱਟ ਕੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਹਿੰਦੇ ਵਾਕਈ 99% ਲੋਕ ਮੂਰਖ ਨੇ, ਉਹ ਰੱਬ ਨੂੰ ਯਾਦ ਕੋਈ ਨਹੀਂ ਕਰਦੇ। ਫਿਰ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮੂਰਖਤਾ ਦੇ 3 ਲੱਛਣ ਹੁੰਦੇ ਨੇ। ਮੂਰਖਤਾ ਦੇ 3 ਜਿਹੜੇ ਪ੍ਰਮੁੱਖ ਲੱਛਣ ਨੇ ਨਾ, ਜਿਵੇਂ ਬਿਮਾਰੀਆਂ ਨੇ ਤੇ ਉਦਾਂ ਹੀ ਇਹਦੇ ਲੱਛਣ ਹੁੰਦੇ ਨੇ। ਕਿਹੜੇ ਕਿਹੜੇ ਨੇ ਜੀ? ਉਹ ਗਿਣਾਏ ਨੇ। ਬੇਅਰਥ ਕਰਮ, ਬੇਅਰਥ ਕਰਮ, ਇਹਦਾ ਕੋਈ ਮਤਲਬ ਨਹੀਂ, ਜਿਹਦਾ ਕੋਈ ਮਤਲਬ ਨਹੀਂ। ਮਸਕੀਨ ਸਾਹਿਬ ਜੀ ਦੀ ਇੱਕ ਘਟਨਾ ਹੈ ਉਹਨਾਂ ਦੇ ਜੀਵਨ 'ਚ, ਇਹ ਬੜੀ ਪਿਆਰੀ ਆ, ਹਾਸੇ ਵਾਲੀ ਵੀ ਆ। ਕਹਿੰਦੇ ਨਾ ਜਦੋਂ ਮੈਂ ਪੰਜਾਬ ਵਿੱਚ ਆਉਂਦਾ ਸੀ ਕਥਾ ਕਰਨ ਵਾਸਤੇ, ਵੈਸੇ ਕਰਦੇ ਆਪਾਂ ਇੱਦਾਂ ਹੀ ਆ, ਕਹਿੰਦੇ ਮੈਨੂੰ ਘਰ ਵਿੱਚ ਕਿਸੇ ਨੇ ਸੱਦਾ ਦਿੱਤਾ ਪ੍ਰਸ਼ਾਦੇ ਵਾਸਤੇ। ਕਹਿੰਦੇ 40 ਦਿਨ ਮੰਜੀ ਸਾਹਿਬ ਹਰਿਮੰਦਰ ਸਾਹਿਬ ਕਥਾ ਕੀਤੀ। ਫਿਰ ਆ ਪਿੰਡਾਂ ਵਿੱਚ ਆ ਗਏ ਸੀ। ਬੜੇ ਉਹਨਾਂ ਨੇ ਕਸ਼ਟ ਬਹੁਤ ਦੇਖੇ ਆ ਜ਼ਿੰਦਗੀ 'ਚ, ਬਹੁਤ ਜ਼ਿਆਦਾ। ਕੋਈ ਨਹੀਂ ਖੜਿਆ ਸੀ ਉਹਨਾਂ ਦੇ ਨਾਲ ਜਦੋਂ, ਤੇ ਹਕੂਮਤ ਨੇ ਉਹਨਾਂ ਤੇ ਕੇਸ ਪਾਏ, ਉਹ ਵੱਖਰਾ ਵਿਸ਼ਾ। ਵਿੱਚ ਪਿਆਰ ਕਰਨ ਵਾਲੇ ਵੀ ਹੁੰਦੇ ਨੇ। ਤੇ ਆ ਗਏ ਤੇ ਘਰਾਂ ਵਿੱਚ ਕਹਿੰਦੇ ਜੀ ਪ੍ਰਸ਼ਾਦਾ ਛਕੋ ਸਾਡੇ ਨਾਲ। ਮਸਕੀਨ ਜੀ ਨੂੰ ਲੈ ਆਏ, ਹਜੇ ਦਰਵਾਜ਼ੇ 'ਚ ਆਏ ਤੇ ਘਰ ਦੇ ਵਿੱਚ ਸੁਭਾਅ ਹੁੰਦਾ ਬੀਬੀਆਂ ਦਾ, ਤੇ ਉਹਨਾਂ ਨੇ ਨਾ ਤੇ ਉਹ ਤੇਲ ਚੋਇਆ, ਪਹਿਲਾਂ ਸੱਜੇ ਕੋਲੇ ਤੇ ਫਿਰ ਖੱਬੇ ਤੇ, ਇੱਦਾਂ ਤੇ ਥੋੜਾ ਥੋੜਾ ਇੱਦਾਂ। ਮਸਕੀਨ ਜੀ ਕਹਿੰਦੇ ਮੈਂ ਸੋਚਿਆ ਵੀ ਇਹ ਕੀ ਕਰਦੇ ਨੇ। ਉਹਨਾਂ ਪੁੱਛਿਆ ਉਹਨੂੰ, ਉਹ ਕਹਿੰਦੇ ਜੀ ਇਹ ਤੇਲ ਡੋਲਦੇ ਆ, ਚੰਗਾ ਹੁੰਦਾ, ਚੋਂਦੇ ਨੇ ਤੇਲ। ਉਹ ਕਹਿੰਦੇ
ਕਿਸੇ ਦੀ ਤਲੀ ਤੇ ਡੋਲੋ, ਜੇ ਡੋਲਣਾ ਤਾਂ ਸਿਰ ਨੂੰ ਲਾ ਲੂਗਾ, ਕਿਸੇ ਦੇ ਸਿਰ 'ਚ ਡੋਲੋ, ਕਿਸੇ ਦੀਆਂ ਲੱਤਾਂ ਤੇ ਡੋਲੋ, ਮਾਲਸ਼ ਕਰ ਲੂਗਾ। ਇਹ ਕਹਿੰਦਾ ਕੌਲਿਆਂ ਦੇ ਕਾਹਦਾ ਡੋਲਣਾ। ਕਹਿੰਦੇ ਡੋਲਣਾ ਜੀ ਚੰਗਾ ਹੁੰਦਾ। ਉਹ ਕਹਿੰਦੇ ਲਿਆਓ ਫਿਰ ਡੋਲਣਾ ਤੇ ਚੰਗੀ ਤਰ੍ਹਾਂ ਡੋਲੋ ਨਾ, ਬਾਲਟੀ ਬੂਲਟੀ ਡੋਲੋ ਕੋਈ ਭਰ ਕੇ। ਇੰਨੀ ਨਾਲ ਕੀ ਹੁੰਦਾ? ਬੇਅਰਥ ਕਰਮ, ਬੇਅਰਥ ਕਰਮ ਮੂਰਖਤਾ ਦਾ ਪਹਿਲਾ ਲੱਛਣ ਆ। ਉਹ ਕੰਮ ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਉਹਨਾਂ ਦੇ ਮੁਤਾਬਕ ਉਹ ਥੋੜ੍ਹੇ ਡੂੰਘੇ ਨੇ, ਆਪਣੀ ਉੱਥੇ ਤੱਕ ਨਹੀਂ। ਸੰਤਾਂ ਦੀ ਸੋਚ ਬੜੀ ਉੱਚੀ ਹੁੰਦੀ ਆ, ਇਹ ਬੜੀ ਡੂੰਘੀ ਹੁੰਦੀ ਆ, ਨਾਲੇ ਉੱਚੀ ਹੁੰਦੀ ਆ, ਦੋਨੋਂ ਗੱਲਾਂ ਹੀ ਹੁੰਦੀਆਂ ਨੇ। ਕਹਿੰਦੇ ਮੈਂ ਆਖਿਆ ਜੇ ਡੋਲਣਾ ਹੀ ਆ ਤਾਂ ਕਿਸੇ ਜਵਾਕ ਦੇ ਸਿਰ 'ਚ ਡੋਲੋ, ਉਹ ਝੱਸੋ ਸਿਰ 'ਚ, ਸਰੋਂ ਦਾ ਤੇਲ ਆ ਸਰਸੋਂ ਦਾ। ਕਹਿੰਦੇ ਉਹਨਾਂ ਦੇ ਜੀਵਨ ਦੀ ਗਾਥਾ। ਭਾਵ ਉਹ ਕਹਿੰਦੇ ਮੂਰਖਤਾ ਦਾ ਪਹਿਲਾ ਲੱਛਣ, ਇਹ ਤਾਂ ਇੱਕ ਉਦਾਹਰਨ ਹੀ ਆ, ਇਹ ਤਾਂ ਉਦਾਹਰਨ ਆ, ਐਗਜ਼ਾਮਪਲ ਆ ਵੀ ਉਹ ਕਰਮ ਕਰੀ ਜਾਣੇ ਜਿਨ੍ਹਾਂ ਦਾ ਕੋਈ ਮਤਲਬ ਕੋਈ ਨਹੀਂ। ਪਹਿਲਾ ਲੱਛਣ ਆ ਮੂਰਖਤਾ ਦਾ। ਤੇ ਮੈਂ ਬਾਣੀ ਭਾਵੇਂ ਪੜ੍ਹਦੇ ਹਾਂ, ਮੇਰਾ ਉਹਦੇ ਵਿੱਚ ਮਨ ਨਹੀਂ, ਮੈਂ ਉਹਨੂੰ ਮੰਨਦਾ ਹੀ ਨਹੀਂ ਹੈਗਾ। ਨਿੱਤ ਪੜ੍ਹਦਾ ਮੰਨਦਾ ਹੈ ਨਹੀਂ, ਨਿੱਤ ਪੜ੍ਹਦਾ ਮੰਨਦਾ ਹੈ ਨਹੀਂ। ਇਹ ਕਰਮ ਕਾਂਡ ਆ, ਇਹਨੂੰ ਕੋ ਮਹਾਰਾਜ ਕਹਿੰਦੇ ਇਹ ਕਰਮ ਕਾਂਡ ਹੋ ਗਿਆ। ਭਾਵ ਕਿ ਤੂੰ ਜੋ ਕਰਨੇ ਆ ਉਹਦੇ ਜੈਸਾ ਤੂੰ ਹੈ ਨਹੀਂਗਾ। ਗੁਰਦੁਆਰੇ ਆ ਰਹੇ ਹਾਂ ਪਰ ਤੂੰ ਗੁਰੂ ਜੈਸਾ ਨਹੀਂ ਬਣ ਪਾ ਰਿਹਾ। ਗੁੱਸਾ ਤੇਰਾ ਜੇ ਉਵੇਂ ਹੀ ਪਿਆ, ਇਹ ਤੇ ਕ੍ਰੋਧ ਤੇਰਾ ਉਵੇਂ ਹੀ ਪਿਆ, ਕਾਮ ਤੇਰਾ ਉਵੇਂ ਹੀ ਪਿਆ, ਵਾਸ਼ਨਾ ਤੇਰੇ ਅੰਦਰ ਉਨੀ ਹੈ, ਹੰਕਾਰ ਤੇਰਾ ਟੁੱਟਦਾ ਨਹੀਂ। ਤਾਂ ਇਹ ਚੀਜ਼ਾਂ। ਦੂਜਾ ਲੱਛਣ ਫਿਰ ਦੱਸਦੇ ਨੇ, ਕਹਿੰਦੇ ਮੂਰਖਤਾ ਦਾ ਦੂਜਾ ਲੱਛਣ ਹੈ ਬੇਅਰਥ ਗਿਆਨ। ਵੀ ਕਿਤਾਬਾਂ ਪੜ੍ਹੀ ਜਾਣੀਆਂ, ਪੁਸਤਕਾਂ ਪੜ੍ਹੀ ਜਾਣੀਆਂ, ਪਰ ਉਹਨੂੰ ਅਮਲ 'ਚ ਨਾ ਲੈ ਕੇ ਆ ਪਾਉਣਾ। ਕਿਤਾਬਾਂ ਪੜ੍ਹੀ ਜਾਣੀਆਂ ਪਰ ਉਹਨੂੰ ਅਮਲ 'ਚ ਨਹੀਂ ਲਿਆ ਸਕਦੇ। ਜਦੋਂ ਆਪਾਂ ਉਹਨੂੰ ਕਹਿੰਦੇ ਆ ਕਿ ਇਹ ਬੰਦਾ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਐ, ਪੜ੍ਹ ਪੜ੍ਹ ਗੱਡੀਏ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਹੰਕਾਰੀ ਆ ਗਿਆ, ਬਸ ਹੋਰ ਨਹੀਂ ਕੁਝ ਆਇਆ, ਪੜ੍ਹ ਕੇ ਹੰਕਾਰ ਆ ਗਿਆ। ਸਾਦੀ ਜੀ ਕਹਿੰਦੇ ਨੇ, ਸ਼ੇਖ ਸਾਦੀ ਕਹਿੰਦੇ ਉਹ ਬੰਦਾ ਜਿਹੜਾ ਕਿਤਾਬਾਂ ਪੜ੍ਹਦਾ, ਬਾਣੀ ਪੜ੍ਹਦਾ, ਭਾਵ ਕਿ ਗੁਰਬਾਣੀ ਦਾ ਜਾਪ ਕਰਦਾ, ਕੋਈ ਵੀ ਧਾਰਮਿਕ ਪੁਸਤਕ ਪੜ੍ਹਦਾ, ਨਿਤਨੇਮ ਕਰਦਾ, ਜੇ ਉਹ ਨਿਤਨੇਮ ਜੈਸਾ ਨਹੀਂ ਹੋਇਆ, ਬਣ ਨਹੀਂ ਪਾਇਆ, ਤਾਂ ਮੇਰੇ ਉਹ ਗਧੇ ਦੀ ਤਰ੍ਹਾਂ ਹੈ ਜਿਹੜਾ ਮੇਰੇ ਨਾਲ ਚੱਲਦਾ, ਕਿਤਾਬਾਂ ਦਾ ਭਾਰ ਲੱਦ ਕੇ ਆਪਣੀ ਪਿੱਠ ਤੇ, ਉਹਨੇ ਪਿੱਠ ਤੇ ਲੱਦਿਆ, ਬੰਦੇ ਨੇ ਦਿਮਾਗ ਤੇ ਲੱਦਿਆ। ਜੇ ਬਾਣੀ ਕੰਠ ਵੀ ਆ, ਬਹੁਤ ਚੰਗੀ ਗੱਲ ਆ, ਬਹੁਤ ਚੰਗੀ ਗੱਲ ਆ, ਪਰ ਬਾਣੀ ਜੈਸਾ ਬਣ ਹੀ ਨਹੀਂ ਪਾ ਰਹੇ। ਫਿਰ ਉਹ ਕੰਠ ਕੀਤੀ ਇੱਕ ਲੱਦੀ ਹੋਈ ਆ, ਉਹਦਾ ਅਸਰ ਕੋਈ ਨਹੀਂ। ਕਈ ਹੈਗੇ ਨੇ ਐਸੇ, ਉਹਨਾਂ ਨੂੰ ਬਾਣੀ ਬਹੁਤ ਕੰਠ ਹੁੰਦੀ ਆ, ਬਹੁਤ ਮਿਹਨਤ ਕੀਤੀ ਹੁੰਦੀ ਆ, ਪਰ ਸੁਭਾਅ ਨਹੀਂ ਉਹਨਾਂ ਦਾ ਬਾਣੀ ਜੈਸਾ ਹੁੰਦਾ। ਤਾਂ ਪਹਿਲਾ ਲੱਛਣ ਹੈ ਮੂਰਖਤਾ ਦਾ, ਬੇਅਰਥ ਕਰਮ ਕਰੀ ਜਾਣੇ, ਐਵੇਂ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ, ਕਰਮ ਕਾਂਡ। ਦੂਜਾ ਹੈ ਬੇਅਰਥ ਗਿਆਨ, ਵੀ ਬਾਹਲਾ ਇਕੱਠਾ ਕਰ ਲਿਆ, ਉਹ ਵੀ ਕਿਤਾਬ ਪੜ੍ਹ ਲਈ, ਉਹ ਵੀ ਪੜ੍ਹ ਲਈ, ਉਹ ਵੀ ਪੜ੍ਹ ਲਈ, ਫਲਾਣਾ ਗ੍ਰੰਥ ਜੀ ਪੜ੍ਹਿਆ ਮੈਂ, ਉਹਨੂੰ ਅਮਲ 'ਚ ਨਹੀਂ ਲੈ ਪਾ ਰਿਹਾ ਬੰਦਾ। ਇਹ ਤੀਜਾ ਫਿਰ ਲੱਛਣ ਦੱਸਦੇ ਆ, ਕਹਿੰਦੇ ਬੇਅਰਥ ਆਸਾ। ਐਵੇਂ ਹੀ ਆਸਾਂ ਰੱਖੀ ਜਾਣੀਆਂ, ਉਹ ਮੇਰਾ ਇੱਦਾਂ ਕਰੇਗਾ, ਉਹ ਮੇਰਾ ਇੱਦਾਂ ਕਰੇਗਾ। ਤੇ ਸਭੇ ਆਸਾਂ ਛੱਡ ਕੇ ਗੁਰ ਕੀ ਚਰਣੀ ਆਓ, ਨਾ ਕਰ ਆਸ ਮੀਤ ਸੁਤ ਭਾਈ, ਨਾ ਕਰ ਆਸ ਕਿਸੇ ਸਾ ਵਿਵਹਾਰ ਕੀ ਪਰਾਈ। ਆਸ ਜਿਹੜੀ ਆ ਨਾ, ਬੰਦਾ ਬਹੁਤ ਰੱਖਦਾ, ਲਾਉਂਦਾ ਆਸਾਂ। ਕਹਿੰਦਾ ਜਦੋਂ ਤੱਕ ਸਾਹ ਆ, ਸਾਹ ਨੇ ਤੇ ਆਸ ਤਾਂ ਰਹੀ ਜਾਂਦੀ ਬੰਦੇ ਦੀ, ਉਹ ਤੇ ਮੇਰੀ ਆਸ ਆ, ਉਹਦੇ ਤੇ ਮੇਰੀ ਆਸ ਆ। ਜਦੋਂ ਹੀ ਉਹ ਟੁੱਟਦੀ ਆ ਆਸ, ਤੇ ਉਦੋਂ ਹੀ ਬੰਦਾ ਟੁੱਟਦਾ। ਫਿਰ ਖੜਕਾ ਨਹੀਂ ਹੁੰਦਾ। ਬੰਦੇ ਕਈ ਟੁੱਟੇ ਪਏ ਨੇ ਤਾਂ ਕਰਕੇ ਉਹਨਾਂ ਦੀਆਂ ਆਸਾਂ ਟੁੱਟ ਗਈਆਂ, ਉਹ ਮੁੜ ਕੇ ਉਹਨਾਂ ਤੋਂ ਖੜਾ ਨਹੀਂ ਹੋਇਆ ਗਿਆ। ਨਾਲ ਸਾਡੇ ਬੈਠੇ ਨੇ, ਟੁੱਟ ਜਾਂਦੇ ਨੇ, ਸਾਨੂੰ ਪਤਾ ਨਹੀਂ ਲੱਗਦਾ। ਆਸ ਜਦੋਂ ਟੁੱਟਦੀ ਆ, ਆਸ ਨਹੀਂ ਟੁੱਟਦੀ, ਬੰਦਾ ਟੁੱਟਦਾ ਅੰਦਰੋਂ। ਤਾਂ ਮਹਾਰਾਜ ਕਹਿੰਦੇ ਤੂੰ ਪਹਿਲਾਂ ਹੀ ਨਾ ਆਸਾਂ ਲਾ, ਤੂੰ ਕਿਸੇ ਤੇ ਆਸ ਰੱਖੀ ਨਾ, ਤੂੰ ਕਰਮ ਕਰੀ ਚੱਲ ਆਪਣਾ, ਪਰ ਆਸ ਨਾ ਰੱਖੀ ਕਿ ਉਹ ਬੰਦਾ ਮੇਰਾ ਇਹ ਕਰੇਗਾ, ਉਹ ਬੰਦਾ ਇਹ ਕਰੇਗਾ। ਬੰਦਾ ਬਦਲਦਾ ਰਹਿੰਦਾ, ਅੱਜ ਕੁਝ ਹੋਰ ਆ, ਕੱਲ੍ਹ ਇਹਨੇ ਕੁਝ ਹੋਰ ਹੋ ਜਾਣਾ।
ਕੀ ਪਤਾ ਉਹ ਕਰੇ ਕਿ ਨਾ ਕਰੇ। ਤਾਂ ਕਬੀਰ ਸਾਹਿਬ ਜੀ ਕਹਿੰਦੇ ਆਸਾ ਕਰੀਏ RAM ਕੀ ਕਬੀਰ, ਜੇ ਆਸ ਰੱਖਣੀ ਆ ਰੱਬ ਤੇ ਰੱਖ। ਅਵਰੈ ਆਸ ਨਿਰਾਸ਼, ਕਿਸੇ ਤੇ ਬਗਾਨੀ ਆਸ ਤੈਨੂੰ ਤੋੜ ਕੇ ਰੱਖ ਦੂਗੀ ਤੇਰੇ ਦਿਲ ਨੂੰ, ਤੂੰ ਨਿਰਾਸ਼ ਹੋਵੇਂਗਾ। ਬੰਦਾ ਬਦਲਦਾ ਰਹਿੰਦਾ ਹੈ, ਪਲ ਪਲ ਬਦਲਦਾ, ਪਲਕ ਪਲਕ ਮਨ ਬਦਲੀਏ, ਕਿਤੇ ਚੋਰ, ਕਿਤੇ ਸਾਧ, ਕਿਤੇ ਠੱਗ, ਕਿਤੇ ਦਿਆਲੂ ਵੀ ਬੰਦਾ ਹੁੰਦਾ। 5 ਮਿੰਟਾਂ ਲਈ ਸੰਤ ਵੀ ਬਣ ਜਾਏਗਾ, 5 ਮਿੰਟਾਂ ਲਈ ਇਹ ਚੋਰ ਵੀ ਬਣ ਸਕਦਾ, ਇਹ ਕਤਲ ਵੀ ਕਰ ਸਕਦਾ। ਬੰਦਾ ਇਦਾਂ ਦਾ ਬਦਲਦਾ ਰਹਿੰਦਾ। ਉਹ ਤਾਂ ਬਦਲਦਾ ਰਹਿੰਦਾ ਜਿਹੜੀ ਚੀਜ਼ ਕਦੇ ਨਹੀਂ ਬਦਲਦੀ ਉਹਦੇ ਨਾਲ ਨਹੀਂ ਜੁੜਦਾ। ਇਹ ਚੀਜ਼ਾਂ ਤਾਂ ਹੁੰਦੀਆਂ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ 52 ਕਵੀਆਂ ਦੇ ਵਿੱਚੋਂ ਭਾਈ ਨੰਦ ਲਾਲ ਜੀ ਕਹਿੰਦੇ ਨੇ, ਸਤਿਗੁਰ ਮੂਰਖ ਉਹ ਬੰਦਾ ਹੈ, ਉਹ ਬੰਦਾ ਮੂਰਖਾਂ ਦਾ ਚੌਧਰੀ ਸਰਦਾਰ ਹੈ, ਭਾਵੇਂ ਤਾਂ ਕੰਗਾਲ ਹੈ, ਭਾਵੇਂ ਚੋਟੀ ਦਾ ਧਨਵਾਨ ਹੈ, ਭਾਵੇਂ ਅਮੀਰ ਹੈ, ਭਾਵੇਂ ਗਰੀਬ ਆ, ਭਾਵੇਂ ਸੋਹਣਾ ਹੈ, ਭਾਵੇਂ ਕੋਝਾ ਹੈ, ਭਾਵੇਂ ਸੁਲਤਾਨ ਹੈ ਤੇ ਭਾਵੇਂ ਰੰਕ ਹੈ। ਜੇ ਰੱਬ ਨੂੰ ਯਾਦ ਨਹੀਂ ਕਰਦਾ ਕਲਗੀਆਂ ਵਾਲਿਆ ਉਹ ਮੂਰਖ ਆ। ਇਹਦੀ ਉਦਾਹਰਨ ਭਾਈ ਨੰਦ ਲਾਲ ਜੀ ਨੇ ਦਿੱਤੀ। ਤੇ ਵਿਦਵਾਨਾਂ ਵਿੱਚੋਂ ਸ਼੍ਰੋਮਣੀ ਵਿਦਵਾਨ ਜਿਹਨੂੰ ਕਿਹਾ ਜਾ ਸਕਦਾ, ਮੁਸਲਮਾਨ ਫਕੀਰ ਨੇ, ਕਹਿੰਦੇ ਉਹ ਬੰਦਾ ਜਦੋਂ ਤਾਂ ਜਿੱਥੇ ਬੋਲਣਾ ਉੱਥੇ ਤਾਂ ਚੁੱਪ ਕਰ ਜੇ, ਜਿੱਥੇ ਚੁੱਪ ਕਰਨਾ ਉੱਥੇ ਬੋਲੀ ਜਾਵੇ, ਉਹਨੂੰ ਵੀ ਮੂਰਖ ਕਹਿੰਦੇ ਨੇ। ਉਹ ਬੰਦਾ ਜਿਹੜਾ ਕਿ ਕਿਸੇ ਦਾ ਮੂੰਹ ਰੱਖਣ ਲਈ ਬੋਲਦਾ, ਮੂੰਹ ਰੱਖਣ ਲਈ ਚੁੱਪ ਕਰ ਜਾਂਦਾ ਕਿ ਮੈਂ ਤਾਂ ਉਹਦਾ ਮੂੰਹ ਰੱਖਿਆ ਸੀ, ਮੈਂ ਤਾਂ ਉਹਦਾ ਮੂੰਹ ਰੱਖ ਲਿਆ, ਉਹ ਵੀ ਮੂਰਖ ਹੀ ਹੁੰਦਾ। ਕਈ ਵਾਰੀ ਅਸੀਂ ਕਿਸੇ ਨੂੰ ਸੱਚ ਨਹੀਂ ਕਹਿੰਦੇ, ਅਸੀਂ ਕਹਿੰਦੇ ਉਹਦਾ ਮੂੰਹ ਰੱਖ ਲਿਆ, ਅਸੀਂ ਸਾਨੂੰ ਮੂੰਹ ਰੱਖਣਾ ਪਿਆ। ਤਾਂ ਮੂੰਹ ਰੱਖਣ ਵਾਲਾ ਵੀ ਮੂਰਖ ਹੈ, ਜੋ ਸੱਚ ਨਹੀਂ ਕਹਿ ਸਕਦਾ ਨਾ। ਇਸ ਕਰਕੇ ਇਨਸਾਨ ਭਾਵ ਜਿਹੜਾ ਪ੍ਰਭੂ ਤਾਂ ਬੜਾ ਦਿਆਲੂ ਆ, ਗੁਰੂ ਸਾਹਿਬ ਤਾਂ ਮਿਹਰਬਾਨ ਨੇ, ਦਿਆਲੂ ਨੇ, ਕਿਰਪਾਲੂ ਨੇ। ਬੰਦੇ ਨੂੰ ਉਹਦੀ ਪਾਤਰਤਾ, ਉਹਦੀ ਯੋਗਤਾ ਦੇ ਅਨੁਸਾਰ ਹੀ ਉਹਦੀ ਝੋਲੀ 'ਚ ਕੁਝ ਪੈਂਦਾ ਹੈ। ਇਹ ਨਹੀਂ ਕਿ ਤੁਸੀਂ ਖੂਹ ਤੇ ਲੈ ਕੇ ਜਾਓ ਇੱਕ ਚਮਚਾ, ਇੱਕ ਕੌਲੀ ਤੇ ਕਹਿ ਦੋ ਮੈਨੂੰ ਬਾਲਟੀ ਭਰ ਕੇ ਪਾਣੀ ਦੇ ਦੇ, ਇਵੇਂ ਨਹੀਂ ਹੋਵੇਗਾ। ਰਾਜਸਥਾਨ ਦੀ ਇੱਕ ਘਟਨਾ ਹੈ, ਇਹ ਕਹਾਣੀ ਆ, ਹੈ ਬੜੀ ਸੋਹਣੀ। ਉਧਰ ਨਾ ਅੱਜ ਵੀ ਇਦਾਂ ਦਾ ਮਾਹੌਲ ਆ। ਜਿਹੜੀਆਂ ਬੀਬੀਆਂ ਨੇ, ਭੈਣਾਂ ਹਨ, ਉਹ ਕੀ ਕਰਦੀਆਂ ਨੇ, ਇੱਕ ਘੜੇ ਤੇ ਦੂਜਾ ਘੜਾ, ਦੂਜੇ ਤੇ ਤੀਜਾ ਰੱਖ ਲੈਂਦੀਆਂ। ਇਦਾਂ ਅੱਜ ਵੀ ਉਹਨਾਂ ਕੋਲੋਂ ਕਲਾ ਹੈ। ਤੇ ਨਾ ਉਹ 2-3 ਜਿਹੜੀਆਂ ਸਹੇਲੀਆਂ ਸੀ ਇਕੱਠੀਆਂ ਹੋ ਕੇ ਪਾਣੀ ਭਰ ਕੇ ਲਈ ਆਉਣ, ਤੇ ਇੱਕ ਨੇ ਉਹਨਾਂ ਨੂੰ ਦੇਖਿਆ ਤੇ ਉਹ ਰੋਣ ਲੱਗ ਗਈ। ਉਹ ਬੜਾ ਰੋਈ, ਕਹਿਣ ਲੱਗੀ ਰੱਬ ਨੇ ਇਹਨਾਂ ਨੂੰ ਕਿੰਨਾ ਪਾਣੀ ਦਿੱਤਾ, ਇਹ ਗਾਗਰਾਂ 'ਚ ਪਾਣੀ ਆ, ਇਹ ਘੜਿਆਂ 'ਚ ਪਾਣੀ ਆ, ਘੜੇ ਤੇ ਘੜਾ, ਉਹਦੇ ਤੇ ਫਿਰ ਘੜਾ। ਉਹ ਇਦਾਂ ਚੁੱਕ ਲੈਂਦੀਆਂ ਉੱਧਰਲੀਆਂ ਬੀਬੀਆਂ, ਉਹਨਾਂ ਨੂੰ ਉਹ ਕਲਾ ਆਉਂਦੀ ਹੈ। ਕਹਿੰਦੀ ਮੇਰੇ ਕੋਲ ਸਿਰਫ ਇੱਕ ਕੌਲੀ 'ਚ ਹੀ ਪਾਣੀ ਆ, ਇੱਕ ਗਲਾਸ 'ਚ ਹੀ ਪਾਣੀ ਆ। ਰੋਣ ਲੱਗ ਗਈ। ਉਹਨਾਂ ਪੁੱਛਿਆ ਕਹਿੰਦੇ ਰੋਨੀ ਕਿਉਂ ਆ ਤੂੰ? ਉਹ ਕਹਿੰਦੀ ਮੈਂ ਤਾਂ ਰੋਨੀ ਆ, ਤੁਹਾਡੇ ਕੋਲ ਇੰਨਾ ਪਾਣੀ ਖੂਹ ਨੇ ਦਿੱਤਾ ਤੁਹਾਨੂੰ, ਮੇਰੇ ਕੋਲ ਇੱਕ ਗਲਾਸ ਜਾਂ ਕੌਲੀ 'ਚ ਹੀ ਪਾਣੀ ਆ। ਉਹ ਕਹਿੰਦੀ ਆ ਤੂੰ ਆਪਦਾ ਬਰਤਨ ਤਾਂ ਵੇਖਦੀ ਨਹੀਂ, ਤੇਰੇ ਕੋਲ ਭਾਂਡਾ ਹੀ ਛੋਟਾ ਤੇ ਤੈਨੂੰ ਇੰਨਾ ਹੀ ਮਿਲਣਾ। ਜਿੱਡੇ ਕੁ ਬੰਦੇ ਦੀ ਪਾਤਰਤਾ ਹੁੰਦੀ ਆ, ਜਿੱਡੀ ਕੁ ਤੁਹਾਡੀ ਝੋਲੀ ਹੁੰਦੀ ਆ, ਓਨਾ ਹੀ ਰੱਬ ਤੁਹਾਨੂੰ ਦੇਵੇਗਾ। ਹਾਂ, ਉਹਦੀ ਕਿਰਪਾ ਹੋ ਜੇ ਤੇ ਤੁਹਾਡੀ ਝੋਲੀ ਵੱਡੀ ਕਰ ਦੇਵੇ, ਉਹ ਵੱਖਰੀ ਗੱਲ ਆ। ਪਰ ਜਿੰਨੀ ਕੁ ਤੁਹਾਡੀ ਯੋਗਤਾ ਹੈ, ਤੁਹਾਨੂੰ ਓਨਾ ਹੀ ਉਹਦੇ ਦਰ ਤੋਂ ਮਿਲੇਗਾ। ਬੰਦਾ ਤਾਂ ਕਹਿੰਦਾ ਮੈਂ ਸ਼ਾਮ ਨੂੰ ਸੁਲਤਾਨ ਬਣ ਜਾ, ਇਵੇਂ ਨਹੀਂ ਨਾ ਹੁੰਦਾ। ਝੋਲੀ ਆਪ ਵਧਾਇਆ ਨਹੀਂ ਵੱਧਦੀ, ਆਪਣਾ ਲਾਇਆ ਪਿਰਮ ਨ ਲੱਗਈ, ਜੇ ਲੋਚੈ ਸਭ ਕੋਏ। ਇਹ ਪਿਰਮ ਪਿਆਲਾ ਖਸਮ ਕਾ, ਇਹ ਜਿਹੜਾ ਪਿਆਲਾ ਉਹਦਾ ਆਕਾਰ ਵੱਡਾ ਕਰਨਾ, ਜੈ ਪਾਵੇ ਤੇ ਦੇ, ਇਹ ਉਹਦੇ ਹੱਥਾਂ ਵੀ ਝੋਲੀ ਕਿਹਦੀ ਵੱਡੀ ਕਰਨੀ ਆ। ਮੈਂ ਮੰਗਿਆ ਇੱਕ ਫੁੱਲ, ਮੈਂ ਮੰਗਿਆ ਇੱਕ ਫੁੱਲ। ਵਾਹਿਗੁਰੂ ਸਾਨੂੰ ਬਹੁਤ ਦਿੰਦਾ, ਬਹੁਤ ਬੜਾ ਦਿੰਦਾ, ਸਾਨੂੰ ਦਿਖਦਾ ਹੀ ਨਹੀਂ। ਉਹ ਪੁਰਾਤਨ ਬਜ਼ੁਰਗ ਉਹ ਵੇਖਦੇ ਸੀ, ਜਿਹੜਾ ਕੁਝ ਉਹਨਾਂ ਦੇ ਕੋਲ ਸੀ ਉਹ ਰੱਜੇ ਸੀ। ਅਸੀਂ ਉਹ ਵੇਖਦੇ ਹਾਂ ਜਿਹੜਾ ਸਾਡੇ ਕੋਲ ਨਹੀਂ ਆ, ਤਾਂ ਅਸੀਂ ਥੁੜੇ ਹੋਏ ਹਾਂ। ਅੱਜ ਅਸੀਂ ਪਤਾ ਕਿਉਂ ਥੁੜ ਗਏ? ਘਰੇ ਸਾਰੀਆਂ ਚੀਜ਼ਾਂ 99 ਪਈਆਂ, ਅਸੀਂ ਦੇਖਣੀ ਉਹ ਆ ਜਿਹੜੀ ਹੈ ਨਹੀਂ। ਬੰਦੇ ਦੇ ਦੰਦ ਟੁੱਟ ਜਾਣ ਨਾ, ਇੱਕ ਦੰਦ ਟੁੱਟ ਜੇ, ਜੀਭ ਮੁੜ ਮੁੜ ਉੱਥੇ ਜਾਊ ਜਿਹੜਾ ਟੁੱਟਿਆ।
ਜਿਹੜੇ ਬਾਕੀ ਨੇ ਉਹਨਾਂ ਤੇ ਨਹੀਂ ਜਾਂਦੀ, ਖਿਆਲ ਉਹਦਾ ਹੀ ਆਉਂਦਾ। 10 ਵਸਤੂ ਲੈ ਪਾਛੈ ਪਾਵੇ, ਏਕ ਬਸਤ ਕਾਰਨ ਬਿਖੋਟ ਗਵਾਵੇ। ਮੈਂ ਮੰਗਿਆ ਇੱਕ ਫੁੱਲ, ਤੂੰ ਗੁਲਿਸਤਾਂ ਸਜਾਏ। ਮੈਂ ਤਾਂ ਇੱਕ ਫੁੱਲ ਮੰਗਿਆ ਸੀ ਵਾਹਿਗੁਰੂ, ਤੂੰ ਮੈਨੂੰ ਬਾਗ ਦੇ ਦਿੱਤਾ। ਮੈਂ ਚਾਹੀ ਇੱਕ ਬੂੰਦ, ਤੂੰ ਸਾਗਰ ਉਮੜਾਏ। ਮੈਂ ਤਾਂ ਇੱਕ ਬੂੰਦ ਮੰਗੀ ਸੀ ਤੇ ਤੂੰ ਸਾਗਰ ਮੇਰੀ ਝੋਲੀ 'ਚ ਪਾਤਾ। ਬਹੁਤ ਦਿੱਤਾ, ਬਹੁਤ ਦਿੱਤਾ। ਮੈਂ ਮੰਗਾਂ ਹਨੇਰੇ 'ਚ ਜੀਵਨ ਦੀ ਜੋਤੀ। ਮੈਂ ਮੰਗਾਂ ਹਨੇਰੇ 'ਚ ਜੀਵਨ ਦੀ ਮੋਤੀ। ਲੱਖਾਂ ਤੇਰੀ ਰਹਿਮਤ ਨੇ ਦੀਵੇ ਜਗਾਏ, ਲੱਖਾਂ ਤੇਰੀ ਰਹਿਮਤ ਨੇ ਦੀਵੇ ਜਗਾਏ। ਮਸਕੀਨ ਜੀ ਦੀ ਇਹ ਰੁਬਾਈ ਆ ਪੰਜਾਬੀ ਵਿੱਚ ਲਿਖੀ ਕਿ ਵਾਹਿਗੁਰੂ ਮੇਰੀ ਝੋਲੀ ਇੰਨੀ ਨਹੀਂ ਸੀ, ਤੂੰ ਬਹੁਤ ਦਿੱਤਾ। ਇੰਨਾ ਬਖਸ਼ਿਆ ਮੈਨੂੰ, ਇੰਨਾ ਬਖਸ਼ਿਆ। ਤੇ मांगी थी एक कली, उतार के हार दे दिया। चाही थी एक धुन, तूने तो सितार दे दिया। झोली बहुत छोटी थी मस्कीन की, तूने तो हंस के सारा संसार दे दिया। वाहिगुरु तू इन्ना बेअंता मेहरबान साहिब मेहरबान। जा प्रभ भये दयाल न व्यापै माया। कोट अगा गए नास हर एक ध्याया। निर्मल भये शरीर जन धूरी नहाया। तू इन्ना दिता वाहिगुरु इन्ना दिता, मैं इन्ने जोग नहीं सी। जदों बंदा ये कहन लग जे उदों गुरु का सिख बन जाता है। कुदरत किया हर एक को अकशा में अजल से, जो शख्स के जिस चीज के काबिल नजर आया। बुलबुल को दिया नाला, नाला कहते ने फरियाद करनी, उर्दू ਦੇ ਵਿੱਚ ਕਹਿੰਦੇ ਨੇ ਫਰਿਆਦ ਕਰਨ ਨੂੰ, ਇਬਾਦਤ ਕਰਨ ਨੂੰ, ਅਰਦਾਸ ਕਰਨ ਨੂੰ। ਬੁਲਬੁਲ ਨੂੰ ਉਹ ਤਾਕਤ ਦਿੱਤੀ ਕਿ ਉਹ ਅਰਦਾਸ ਕਰ ਸਕੇ, ਮਿੱਠੇ ਗੀਤ ਗਾ ਸਕੇ। तो परवाने को जलना गम हमको दिया, सबसे जो मुश्किल नजर आया। ਮੈਨੂੰ ਰੱਬ ਨੇ ਦੁੱਖ ਦਿੱਤਾ ਪਰ ਉਹਦੇ ਵਿੱਚ ਵੀ ਮੈਨੂੰ ਉਹਦੀ ਯਾਦ ਆਉਂਦੀ ਆ। ਇਹ ਮੇਰੇ ਲਈ ਚੰਗਾ ਹੈ, ਇਹਦੀ ਮੈਨੂੰ ਲੋੜ ਹੈ। ਬੰਦੇ ਨੂੰ ਸੁੱਖ ਦੀ ਵੀ ਲੋੜ ਹੁੰਦੀ ਆ, ਬੰਦੇ ਨੂੰ ਦੁੱਖ ਦੀ ਵੀ ਲੋੜ ਹੁੰਦੀ ਆ। ਦੁਨੀਆ ਵਿੱਚ ਪਹਿਲਾ ਧਰਮ ਆ ਜਿਹੜਾ ਦੁੱਖ ਨੂੰ ਦਵਾਈ ਕਹਿੰਦਾ, ਉਹ ਸਿੱਖ ਧਰਮ ਆ। ਦੁਨੀਆ ਵਿੱਚ ਪਹਿਲਾ ਧਰਮ ਹੈ ਗੁਰੂ ਨਾਨਕ ਜੀ ਆ, ਜਿਹੜੇ ਕਹਿੰਦੇ ਨੇ ਕਿ ਦੁੱਖ ਦਵਾਈ ਆ, ਦੁੱਖ ਵੀ ਦਾਰੂ ਆ। ਦੁਨੀਆ ਵਿੱਚ ਪਹਿਲਾ ਧਰਮ ਆ ਜਿਹੜਾ ਸੁੱਖ ਨੂੰ ਕਹਿੰਦਾ, ਰੋਗ ਆ ਇਹ। ਇਹਦੇ ਨਾਲ ਰੱਬ ਦੀ ਯਾਦ ਨਹੀਂ ਆਉਂਦੀ। ਦੁੱਖ ਦਾਰੂ ਸੁੱਖ ਰੋਗ ਪਿਆ। ਜਾਂ ਸੁੱਖ ਜਦੋਂ ਘਰ 'ਚ ਸੁੱਖ ਹੁੰਦਾ ਤਾਮ ਨਾ ਹੋਈ, ਤੇਰੀ ਕੋਈ ਇੱਛਾ ਨਹੀਂ ਹੁੰਦੀ, ਦਿਲ 'ਚ ਪੈਦਾ ਨਹੀਂ ਹੁੰਦੀ। ਨੰਦ ਲਾਲ ਮੂਰਖ ਕੌਣ ਹੈ, ਭਾਵੇਂ ਤਾਂ ਚੋਟੀ ਦਾ ਵਿਦਵਾਨ ਆ ਤੇ ਭਾਵੇਂ ਮੂੜ ਆ, ਭਾਵੇਂ ਗਰੀਬ ਆ, ਭਾਵੇਂ ਅਮੀਰ ਆ, ਭਾਵੇਂ ਸੁਲਤਾਨ ਹੈ ਗੁਰੂ ਗੋਬਿੰਦ ਸਿੰਘ ਜੀ, ਭਾਵੇਂ ਕੰਗਾਲ ਹੈ। ਜੇ ਉਹ ਰੱਬ ਨੂੰ ਯਾਦ ਨਹੀਂ ਕਰਦਾ ਉਹ ਮੂਰਖਾਂ ਦਾ ਸਿਰਦਾਰ ਹੈ। ਨੰਦ ਲਾਲ ਜੀ ਦਾ ਇਹ ਜਵਾਬ ਸੀ, ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀਂ ਨਾਉ। ਉਹ ਮੂਰਖਾਂ ਦਾ ਚੌਧਰੀ ਆ ਬੰਦਾ ਜਿਹੜਾ ਰੱਬ ਨੂੰ ਯਾਦ ਨਹੀਂ ਕਰਦਾ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਸਾਹਿਬ ਜੀ ਦੀ ਜੋ ਸ਼ਾਨ ਹੈ ਬੜੀ ਉੱਚੀ ਅਤੇ ਸੁੱਚੀ ਹੈ ਜੀ। ਬੋਲਦਿਆਂ ਇੱਕ ਨਹੀਂ ਬਹੁਤ ਬਹੁਤ ਭੁੱਲਾਂ ਹੋ ਗਈਆਂ ਹਨ। ਆਓ ਰਲ ਮਿਲ ਕੇ ਚੌਂਕੜਾ ਮਾਰ ਕੇ ਆਪਾਂ ਮੂਰਖ ਨਹੀਂ ਬਣਨਾ, ਆਪਾਂ ਸੁਜਾਨ ਬਣਨਾ ਹੈ। ਜਿਹੜਾ ਰੱਬ ਨੂੰ ਯਾਦ ਨਹੀਂ ਕਰਦਾ ਉਹ ਮੂਰਖ ਹੈ। ਭਾਈ ਨੰਦ ਲਾਲ ਜੀ ਦੀ ਨਿਗਾਹ ਵਿੱਚ, ਗੁਰੂ ਸਾਹਿਬ ਦੀ ਨਿਗਾਹ ਵਿੱਚ। ਸੋ ਆਓ ਸਿਆਣੇ ਬਣ ਜਾਈਏ, ਸੁਜਾਨ ਬਣੀਏ। ਉਹ ਕੰਮ ਕਰੀਏ ਜਿਹਨੂੰ ਭੁੱਲ ਜਾਂਦੇ ਹਾਂ, ਉਹ ਕੰਮ ਕਰੀਏ ਜਿਹਨੂੰ ਭੁਲਾ ਦਿੰਦੇ ਹਾਂ। ਰੱਬ ਦੀ ਯਾਦ ਇਕੱਠੇ ਮਿਲ ਕੇ ਇੱਕ ਸੁਰ ਵਿੱਚ ਕਹਿ ਲਈਏ ਜੀ, ਵਾਹਿਗੁਰੂ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ
ਵਾਹਿਗੁਰੂ 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 ਵਾਹਿਗੁਰੂ